कर कर करना लिख ले जाओ, लिख के ले जाएगा नाल। आपे बीज आपे ही खाओ, आप ही बीजेगा ते आप ही खाना पਊ। ते साडे कर्म पता की है, ਅਸੀਂ ਕਿੱਕਰ ਦਾ ਬੀਜ ਬੀਜ ਕੇ ਕਹਿੰਦੇ ਦਾਖਾਂ ਲੱਗਣ, ਬਦਾਮ ਲੱਗਣ। ਕਿੱਕਰ ਦਾ ਬੀਜ ਬੋਵਾਂਗੇ ਤੇ ਕੰਡੇ ਲੱਗਣਗੇ, ਦਾਖਾਂ ਨਹੀਂ ਲੱਗਦੀਆਂ। ਜਿਹੋ ਜਿਹੇ ਕਰਮ ਹੈ ਉਹੋ ਜਿਹਾ ਫਲ ਮਿਲੂਗਾ। ਜੇ ਤਾਂ ਭਾਈ ਚੰਗੇ ਕਰਮ ਹੈ ਤੇ ਚੰਗੇ ਕਰਮਾਂ ਦਾ ਫਲ ਕੀ ਮਿਲਦਾ? ਸੁੱਖ ਪ੍ਰਾਪਤ ਹੁੰਦੇ ਆ, ਸੁੱਖਾਂ ਦੀ ਦਾਤ ਝੋਲੀ 'ਚ ਪੈਂਦੀ ਹੈ। ਜੇ ਮੰਦੇ ਕਰਮ ਹੈ, ਮਾੜੇ ਕਰਮ ਹੈ, ਤੇ ਫੇਰ ਕੀ ਹੋਣਾ? ਦੁੱਖਾਂ ਦੀ ਦਾਤ ਝੋਲੀ ਵਿੱਚ ਪੈਂਦੀ ਹੈ, ਦੁੱਖ ਮਿਲਦੇ ਆ ਫਿਰ। ਤੇ ਸਾਧ ਸੰਗਤ ਜੀ ਜਦੋਂ ਇਹ ਬਚਨ ਸੁਣਿਆ, ਸਾਧੂ ਉੱਚੀ ਉੱਚੀ ਕੀ ਗਾਉਂਦੇ, ਆਪਾਂ ਵੀ ਗਾ ਲਈਏ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ। ਪਾਕਿਸਤਾਨ ਦਾ ਜਨਮ ਦੱਸਦੇ ਆ ਪੁਰਾਣੇ ਸਮਿਆਂ 'ਚ, ਪਿੰਡ ਸਹਿਬਾਨ, ਸਿੰਧ ਪ੍ਰਾਂਤ। ਯਾਦ ਰੱਖਿਓ ਨਾਮ, ਬਿਰਤੀ ਇਕਾਗਰ ਰੱਖਿਓ। ਸਿੰਧ ਪ੍ਰਾਂਤ ਪਾਕਿਸਤਾਨ, ਪਿੰਡ ਸਹਿਬਾਨ ਦੇ ਵਿੱਚ 1180 ਸਨ ਦੇ ਵਿੱਚ ਭਗਤ ਸਧਨਾ ਜੀ ਦਾ ਜਨਮ ਹੋਇਆ। ਭਗਤ ਸਧਨਾ ਜੀ ਕੰਮ ਕੀ ਕਰਦੇ ਆ? ਮਾਤਾ ਪਿਤਾ ਦਾ ਕੰਮਕਾਰ ਕੀ ਹੈ? ਕਸਾਈ ਹੈ, ਭਾਵ ਕਿ ਬੱਕਰੇ ਵੱਢ ਵੱਢ ਕੇ ਮਾਸ ਵੇਚਦੇ ਆ। ਆਖੋ ਸਤਨਾਮ ਸ੍ਰੀ। ਤੇ ਇੱਕ ਵਾਰੀ ਆਖੋ ਧੰਨ ਧੰਨ ਭਗਤ ਸਧਨਾ ਜੀ। ਆਖੋ ਧੰਨ ਧੰਨ ਭਗਤ, ਧੰਨ ਧੰਨ ਭਗਤ। ਅੱਜ ਆਪਾਂ ਸਧਨਾ ਜੀ ਦਾ ਜੀਵਨ ਥੋੜਾ ਜਿਹਾ ਸਰਵਣ ਕਰਾਂਗੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਭਗਤ ਸ਼ਬਦ ਹੈ ਨਾ ਜਿਹੜਾ, ਕਹਿਣ ਨੂੰ ਤਾਂ ਸੌਖਾ ਹੈ, ਪਰ ਭਗਤ ਬਣਨਾ ਬੜਾ ਔਖਾ ਹੈ, ਬੜਾ ਔਖਾ ਹੈ। ਕਮਾਉਣਾ ਬਹੁਤ ਔਖਾ ਹੈ। ਮਹਾਰਾਜ ਨੇ ਤਾਂ ਹੀ ਤਾਂ ਸਾਰਿਆਂ ਭਗਤਾਂ ਦੇ ਨਾਮ ਅੱਗੇ ਭਗਤ ਸ਼ਬਦ ਲਾਇਆ ਹੈ। ਭਗਤ ਫਰੀਦ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਭੀਖਾਂ ਜੀ, ਭਗਤ ਧੰਨਾ ਜੀ, ਉਸੇ ਤਰ੍ਹਾਂ ਭਗਤ ਸਧਨਾ ਜੀ। ਭਗਤ ਸ਼ਬਦ ਬਹੁਤ ਵੱਡਾ ਕੀਮਤੀ ਸ਼ਬਦ ਹੈ। ਰੱਬ ਦੇ ਭਗਤ ਬਣਨਾ, ਕਹਿਣਾ ਗੱਲਾਂ ਕਰਨੀਆਂ ਬਹੁਤ ਸੌਖੀਆਂ। ਭਗਤ ਸਧਨਾ ਜੀ ਦੇ ਮਾਂ ਪਿਓ ਦਾ ਨਾਮ ਇਤਿਹਾਸ ਵਿੱਚ ਨਹੀਂ ਅਜੇ ਇਤਿਹਾਸਕਾਰਾਂ ਨੂੰ ਪਤਾ ਲੱਗਿਆ, ਕਿਉਂਕਿ ਪੁਰਾਣੇ ਸਮਿਆਂ ਦੀ ਗੱਲ ਹੈ, 1180 ਦੇ ਵਿੱਚ। ਤੇ ਸਾਧ ਸੰਗਤ ਜੀ, ਭਗਤ ਸਧਨਾ ਜੀ ਦੇ ਮਾਤਾ ਪਿਤਾ, ਜਿਹੜਾ ਮਾਤਾ ਪਿਤਾ ਪਿਓ ਦਾ ਕੰਮ ਹੈ ਜਿਹੜਾ, ਉਹ ਹੈ ਬੱਕਰੇ ਵੱਢਣੇ ਤੇ ਮਾਸ ਵੇਚਣਾ। ਭਗਤ ਸਧਨਾ ਜੀ ਆ ਨਾ ਜਿਹੜੇ, ਸਧਨਾ ਜੀ ਇਹ ਕੀ ਕਰਦੇ ਆ? ਜਦੋਂ ਵੱਡੇ ਹੋਏ ਤੇ ਪਿਤਾ ਜੀ ਨੇ ਕਹਿਣਾ, ਪੁੱਤਰ ਤੂੰ ਵੱਡਾ ਹੋ ਗਿਆ, ਹੁਣ ਮੇਰੇ ਨਾਲ ਚੱਲਿਆ ਕਰ ਕੰਮਕਾਰ ਤੇ, ਤੂੰ ਵੀ ਦੁਕਾਨ ਤੇ ਬੈਠ ਮੇਰੇ ਨਾਲ। ਸਤ ਬਚਨ ਕਹਿ ਕੇ ਮਾਂ ਪਿਓ ਦਾ ਆਖਿਆ ਮੰਨਿਆ, ਪਿਓ ਦੇ ਨਾਲ ਕੰਮ ਤੇ ਜਾਣਾ, ਕੋਲ ਬੈਠਣਾ, ਦੇਖਣਾ। ਵੱਡੇ ਹੋ ਗਏ ਉਮਰ ਦੇ ਵਿੱਚ, ਹੁਣ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਦੁਕਾਨ ਤੇ ਬੈਠਣ ਲੱਗ ਗਏ ਤੇ ਸਿੱਖ ਗਏ। ਜਿਵੇਂ ਹੁਣ ਮਿਸਤਰੀਆਂ ਦੇ ਬੱਚੇ ਨਾ, ਥੌੜੀ ਚਲਾਉਣੀ, ਰੰਦਾ ਚਲਾਉਣਾ ਆਪੇ ਹੀ ਸਿੱਖ ਜਾਂਦੇ ਆ, ਵੇਖਾ ਵੇਖੀ। ਕਿਸਾਨ ਦਾ ਪੁੱਤਰ ਜਦੋਂ ਪਿਤਾ ਨਾਲ ਖੇਤਾਂ 'ਚ ਜਾਂਦਾ, ਆਪੇ ਹੀ ਸਾਰਾ ਕੁਝ ਖੇਤੀ ਵਾਲੇ ਕੰਮ ਧੰਦੇ ਬੱਚਾ ਵੇਖ ਵੇਖ ਕੇ ਸਿੱਖ ਜਾਂਦਾ, ਉਵੇਂ ਹੀ ਬਣ ਜਾਂਦਾ। ਭਗਤ ਸਧਨਾ ਜੀ ਨੌਜਵਾਨ ਅਵਸਥਾ ਤੇ ਵੇਖਦੇ ਆ ਵੀ ਕਿਵੇਂ ਬੱਕਰਾ ਵੱਢਣਾ, ਕਿਵੇਂ ਟੋਟੇ ਕਰਨੇ ਆ, ਤੇ ਕਿਵੇਂ ਮਾਸ ਤੋਲ ਕੇ ਦੇਣਾ, ਸਾਰਾ ਕੁਝ ਸਿੱਖ ਗਏ। ਕਸਾਈ ਨੇ, ਪਰ ਬਿਰਤੀ ਧਰਮੀ ਹੈ, ਬਿਰਤੀ ਬੜੀ ਸਾਫ਼ ਹੈ, ਬਿਰਤੀ ਬੜੀ ਸ਼ੁੱਧ ਹੈ। ਹੁਣ ਕੀ ਕਰਦੇ ਐ? ਰੋਜ਼ ਦੁਕਾਨ ਤੇ ਪਿਤਾ ਜੀ ਨਾਲ ਜਾਂਦੇ ਐ, ਬੱਕਰੇ ਵੱਢਦੇ ਐ, ਟੋਟੇ ਕਰਦੇ ਐ, ਕਿਹੜਾ ਅੰਗ ਕਿਵੇਂ ਵੱਢਣਾ, ਕਿਵੇਂ ਬੱਕਰਾ ਮਾਰਨਾ, ਕਿਵੇਂ ਤੋਲ ਕੇ ਮਾਸ ਦੇਣਾ, ਸਾਰਾ ਪਤਾ ਲੱਗ ਗਿਆ। ਇੱਕ ਦਿਨ ਕੀ ਹੋਇਆ, ਟੋਕਰਾ ਭਰਿਆ ਮਾਸ ਦਾ ਸਿਰ ਤੇ ਰੱਖਿਆ ਭਗਤ ਸਧਨਾ ਜੀ ਨੇ, ਤੇ ਦੂਜੇ ਪਿੰਡ ਕਿਸੇ ਨੂੰ ਦੇਣ ਚੱਲੇ ਸੀ। ਟੋਕਰਾ ਮਾਸ ਦਾ ਸਿਰ ਤੇ ਰੱਖਿਆ ਤੇ ਦੂਜੇ ਪਿੰਡ ਦੇਣ ਚੱਲੇ ਆ, ਤੇ ਸਾਹਮਣੇ ਬੈਠੇ ਸੀ ਸਾਧੂ। ਸਾਧੂਆਂ ਦੀਆਂ ਮੰਡਲੀਆਂ ਪੁਰਾਣੇ ਸਮਿਆਂ 'ਚ ਆਉਂਦੀਆਂ, ਟੋਲੀਆਂ ਬਣਾ ਕੇ ਆਉਂਦੇ, ਤੇ ਸਾਧੂ ਮਹਾਤਮਾ ਕੀ ਗਾ ਰਹੇ ਸੀ? ਕਹਿੰਦੇ, ਜੈਸਾ ਬੀਜੇਗਾ ਵੱਢੇਗਾ ਮਣਾ ਮੇਰੇ, ਆ ਫਲ ਤੇਰੇ ਕਰਮਾਂ ਦਾ। ਜੈਸਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਤੇ ਮਹਾਤਮਾ ਭਜਨ ਬੰਦਗੀ ਕਰੀ ਜਾਂਦੇ ਤੇ ਇਹ ਤੁਕ ਗਾ ਰਹੇ ਆ, ਤੇ ਕੁਦਰਤੀ ਭਗਤ ਸਧਨਾ ਜੀ ਦਾ ਪੂਰਬਲਾ ਪੁਰਾਣਾ ਪਿਛਲਾ ਕਰਮ ਜਾਗਿਆ। ਇਹ ਬਚਨ ਕੰਨਾਂ 'ਚ ਪਿਆ ਤੇ ਸੁਣਦਿਆਂ ਸਾਰਾ ਸਰੀਰ ਕੰਬ ਗਿਆ।
ਗਾਸ਼ ਖਾ ਕੇ ਡਿੱਗ ਪਏ, ਮਾਸ ਦਾ ਟੋਕਰਾ ਡਿੱਗ ਪਿਆ ਤੇ ਟੁਕੜੇ ਕਾਂ ਕੁੱਤੇ ਆ ਕੇ ਚੱਕ ਕੇ ਲੈ ਗਏ। ਬੇਹੋਸ਼ ਹੋ ਕੇ, ਬੇਸੁੱਧ ਹੋ ਕੇ ਇਹ ਗੱਲ ਸੁਣ ਕੇ ਡਿੱਗ ਪਏ। ਦਿਲ ਤੇ ਲੱਗੀ ਸੱਟ ਤੇ ਬਚਨ ਵੀ ਭੈੜਾ, ਜੈਸਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਆ ਨਾ ਆਪਾਂ, ਕਰ ਕਰ ਕਰਨਾ ਲਿਖ ਲੈ ਜਾਹੋ। ਮੇਰੇ ਮਗਰ ਬੋਲਿਓ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਵੀ ਕਰ ਕਰਕੇ ਕਰਮ ਆਪਦਾ ਤੂੰ ਲਿਖ ਰਿਹਾ ਤੇ ਕਰ ਕਰਕੇ ਆਪਦਾ ਇਕੱਠਾ ਨਾਲ ਹੀ ਲੈ ਜਾਏਗਾ। ਕਰ ਕਰ ਕਰਨਾ ਲਿਖ ਲੈ ਜਾਹੋ, ਲਿਖ ਕੇ ਲੈ ਜਾਏਗਾ ਨਾਲ। ਆਪੇ ਬੀਜ ਆਪੇ ਹੀ ਖਾਹੋ, ਆਪ ਹੀ ਬੀਜੇਗਾ ਤੇ ਆਪ ਹੀ ਖਾਣਾ ਪਊ। ਤੇ ਸਾਡੇ ਕਰਮ ਪਤਾ ਕੀ ਹੈ, ਅਸੀਂ ਕਿੱਕਰ ਦਾ ਬੀਜ ਬੀਜ ਕੇ ਕਹਿੰਦੇ ਆ ਦਾਖਾਂ ਲੱਗਣ, ਬਦਾਮ ਲੱਗਣ। ਕਿੱਕਰ ਦਾ ਬੀਜ ਬੋਵਾਂਗੇ ਤੇ ਕੰਡੇ ਲੱਗਣਗੇ, ਦਾਖਾਂ ਨਹੀਂ ਲੱਗਦੀਆਂ। ਜਿਹੋ ਜਿਹੇ ਕਰਮ ਹੈ ਉਹੋ ਜਿਹਾ ਫਲ ਮਿਲੂਗਾ। ਜੇ ਤਾਂ ਭਾਈ ਚੰਗੇ ਕਰਮ ਹੈ ਤੇ ਚੰਗੇ ਕਰਮਾਂ ਦਾ ਫਲ ਕੀ ਮਿਲਦਾ ਹੈ? ਸੁੱਖ ਪ੍ਰਾਪਤ ਹੁੰਦੇ ਆ, ਸੁੱਖਾਂ ਦੀ ਦਾਤ ਝੋਲੀ 'ਚ ਪੈਂਦੀ ਹੈ। ਜੇ ਮੰਦੇ ਕਰਮ ਹੈ, ਮਾੜੇ ਕਰਮ ਹੈ ਤੇ ਫੇਰ ਕੀ ਹੋਣਾ ਹੈ? ਦੁੱਖਾਂ ਦੀ ਦਾਤ ਝੋਲੀ ਵਿੱਚ ਪੈਂਦੀ ਹੈ, ਦੁੱਖ ਮਿਲਦੇ ਆ ਫਿਰ। ਤੇ ਸਾਧ ਸੰਗਤ ਜੀ, ਜਦੋਂ ਇਹ ਬਚਨ ਸੁਣਿਆ ਵੀ ਜੈਸਾ ਬੀਜੇਗਾ ਉਹੇ ਜਾ ਵੱਢੇਗਾ, ਤੇ ਸਾਧ ਸੰਗਤ ਜੀ ਜਦੋਂ ਥੋੜੀ ਜੀ ਹੋਸ਼ ਸੰਭਲੀ ਤੇ ਭਗਤ ਸਦਨਾ ਜੀ ਸਾਧੂਆਂ ਦੀ ਮੰਡਲੀ 'ਚ ਰਲ ਗਏ। ਸਾਧੂਆਂ ਦੇ ਦਰਸ਼ਨ ਕੀਤੇ ਤੇ ਤ੍ਰਿਪਤ ਹੋ ਗਏ। ਵੇਖ ਕੇ ਤ੍ਰਿਪਤ ਹੋਏ, ਥੋੜੀ ਜੀ ਮਨ ਨੂੰ ਸ਼ਾਂਤੀ ਮਿਲੀ, ਘਰ ਵਾਪਸ ਆ ਗਏ। ਨਾਲੇ ਤਾਂ ਰੱਬ ਰੱਬ ਕਰਦੇ ਐ ਤੇ ਕੰਮ ਉਹੀ ਕਿਰਤ ਛੱਡੀ ਨਹੀਂ। ਕਿਰਤ ਹੈ ਇਹ, ਧੰਦਾ ਹੈ ਇਹ, ਕਿਰਤ ਕਰਦੇ ਐ ਤੇ ਨਾਲ ਨਾਲ ਰੱਬ ਰੱਬ ਕਰਦੇ ਐ। ਕਹਿੰਦੇ ਨਾ, ਇੱਕ ਵਾਰੀ ਸਦਨਾ ਜੀ ਨੂੰ ਸਾਲਗ੍ਰਾਮ ਮਿਲ ਗਿਆ। ਸਾਲਗ੍ਰਾਮ ਹੁੰਦਾ ਕਾਲੇ ਰੰਗ ਦਾ ਪੱਥਰ। ਹਿੰਦੂ ਲੋਕ ਉਹਦੀ ਪੂਜਾ ਕਰਦੇ ਆ, ਧੂਫ ਬੱਤੀ ਕਰਦੇ ਆ, ਘਰ 'ਚ ਸਜਾ ਕੇ ਰੱਖਦੇ ਆ। ਪੁਰਾਣੇ ਪੰਡਤ ਸਾਲਗ੍ਰਾਮ ਦੀ ਪੂਜਾ ਕਰਦੇ ਸੀ, ਅੱਜ ਵੀ। ਜਦੋਂ ਸਾਲਗ੍ਰਾਮ ਮਿਲਿਆ ਤੇ ਭਗਤ ਸਦਨਾ ਜੀ ਨੇ ਜਦੋਂ ਮਾਸ ਤੋਲਣਾ ਤੇ ਉਸੇ ਵੱਟੇ ਨਾਲ ਮਾਸ ਤੋਲ ਕੇ ਦੇਣਾ ਤੇ ਉਸੇ ਵੱਟੇ ਦੀ ਪੂਜਾ ਕਰਨੀ, ਸਾਲਗ੍ਰਾਮ ਦੀ ਪੂਜਾ ਕਰਨੀ, ਧੂਫ ਬੱਤੀ ਕਰਨੀ। ਜਿਵੇਂ ਦੁਕਾਨਦਾਰ ਆਪਾਂ ਵੇਖਦੇ ਆ ਨਾ, ਉਹ ਸੁਬਾਹ ਆਪਣੇ ਵੱਟੇ ਸਜਾ ਕੇ, ਹੁਣ ਤਾਂ ਚਲੋ ਕੰਪਿਊਟਰ ਕੰਡੇ ਆ ਗਏ, ਉਹਨਾਂ ਨੇ ਪਹਿਲਾਂ ਧੂਫ ਤਕਾਉਣੀ, ਫਿਰ ਸਾਰਾ ਦਿਨ ਉਸੇ ਵੱਟਿਆਂ ਨਾਲ ਤੋਲਣਾ। ਨਾਲੇ ਤਾਂ ਪੂਜਾ ਕਰਦੇ ਆ, ਨਾਲੇ ਤੋਲ ਕੇ ਦਿੰਦੇ ਆ। ਸਾਧੂ ਮਹਾਤਮਾ ਨੇ ਆਉਣਾ, ਸਮਝਾਉਣਾ। ਤੇ ਸਾਧ ਸੰਗਤ ਜੀ, ਇੱਕ ਮਹਾਤਮਾ ਆਇਆ, ਕਹਿੰਦਾ ਆਹ ਸਾਲਗ੍ਰਾਮ ਤੂੰ ਮੈਨੂੰ ਦੇ ਦੇ, ਤੂੰ ਹੋਰ ਪੱਥਰ ਲੈ ਲਾ। ਪੱਥਰ ਹੀ ਹੈ। ਉਹਨੂੰ ਸੋਹਣਾ ਲੱਗਿਆ। ਮਹਾਤਮਾ ਪੰਡਿਤ ਜੀ ਨੂੰ 7 ਬਚਨ ਕਿਹਾ, ਜੀ ਤੁਸੀਂ ਲੈ ਜਾਓ ਜੇ ਤੁਹਾਨੂੰ ਪਸੰਦ ਹੈ ਤਾਂ, ਜੇ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਲੈ ਜਾਓ। ਉਹ ਮਹਾਤਮਾ ਪੰਡਿਤ ਨੇ ਉਹ ਸਾਲਗ੍ਰਾਮ ਲੈ ਲਿਆ ਤੇ ਆਪ ਦਾ ਪੱਥਰ ਦੇਤਾ ਤੇ ਘਰ ਲੈ ਗਏ। ਉਹ ਮਹਾਤਮਾ ਪੰਡਿਤ ਨੇ ਘਰ ਜਾ ਕੇ ਉਸ ਪੱਥਰ ਦਾ ਇਸ਼ਨਾਨ ਕਰਾਇਆ, ਧੂਫ ਧੁਖਾਈ, ਸੇਵਾ ਕੀਤੀ, ਫੁੱਲ ਚੜਾਏ, ਪੂਜਾ ਕੀਤੀ। ਤੇ ਜਦੋਂ ਪਈ ਰਾਤ, ਜਦੋਂ ਪੰਡਿਤ ਜੀ ਸੁੱਤੇ, ਉਹ ਪੰਡਿਤ ਨੂੰ ਕੀ ਦ੍ਰਿਸ਼ਟਾਂਤ ਵਿਖਿਆ। ਕਹਿੰਦੇ ਉਹ ਸਾਲਗ੍ਰਾਮ ਛਾਤੀ ਤੇ ਆ ਕੇ ਬਹਿ ਗਿਆ। ਕਹਿੰਦਾ ਪੰਡਿਤ ਜੀ, ਤੁਸੀਂ ਮੈਨੂੰ ਲੈ ਤਾਂ ਆਏ ਪਰ ਮੇਰਾ ਇੱਥੇ ਜੀ ਨਹੀਂ ਲੱਗਦਾ। ਆਖੋ ਸਤਨਾਮ ਸ੍ਰੀ। ਪੰਡਿਤ ਜੀ, ਤੁਸੀਂ ਮੈਨੂੰ ਲੈ ਤਾਂ ਆਏ, ਮੇਰਾ ਤਾਂ ਸਾਧਨੇ ਨਾਲ ਮੋਹ ਪੈ ਗਿਆ, ਮੇਰਾ ਤਾਂ ਇੱਥੇ ਜੀ ਨਹੀਂ ਲੱਗਦਾ, ਮੈਨੂੰ ਛੱਡ ਕੇ ਆਓ। ਜਦੋਂ ਇਹ ਪੰਡਿਤ ਜੀ ਨੂੰ ਰਾਤ ਨੂੰ ਦ੍ਰਿਸ਼ਟਾਂਤ ਦਿਖਿਆ, ਕਹਿੰਦੇ 2 ਦਿਨ ਤਾਂ ਪੰਡਿਤ ਜੀ ਨੇ ਪੂਜਾ ਕੀਤੀ, ਤੀਜੇ ਚੌਥੇ ਦਿਨ ਜਾ ਕੇ ਸਦਨੇ ਨੂੰ ਦੇਤਾ ਵਾਪਸ। ਕਹਿੰਦੇ ਭਗਤ ਸਦਨਾ ਜੀ, ਇਹ ਤਾਂ ਤੇਰੇ ਰੱਖਣ ਦਾ, ਮੈਂ ਨਹੀਂ ਰੱਖ ਸਕਦਾ। ਉਹੀ ਸਾਲਗ੍ਰਾਮ ਵਾਪਸ ਦਿੱਤਾ। ਸਾਧ ਸੰਗਤ ਜੀ, ਸਮਾਂ ਬੀਤਿਆ, ਬੀਤਦਾ ਰਿਹਾ। ਉਸੇ ਤਰ੍ਹਾਂ ਰੱਬ ਰੱਬ ਕਰਦਾ, ਆਪਣੀ ਕਿਰਤ ਕਰਦਾ, ਬੱਕਰੇ ਵੱਢਦਾ, ਉਵੇਂ ਹੀ ਮਾਸ ਵੇਚਦਾ। ਭਗਤ ਸਦਨਾ ਕੰਮ ਕਰਦਾ, ਕਿਰਤ ਉਹੀ ਹੈ। ਸਮਾਂ ਬੀਤਿਆ। ਇੱਕ ਦਿਨ ਇਹੋ ਜਿਹਾ ਆਇਆ, ਸ਼ਾਮ ਦਾ ਵੇਲਾ, ਰਾਤ ਪੈ ਗਈ। ਕੋਈ ਸ਼ਾਹੂਕਾਰ ਮਿੱਤਰ ਆਇਆ, ਸਦਨਾ ਜੀ ਦਾ ਮਿੱਤਰ ਹੈ। ਜਿਵੇਂ ਆਪਣਾ ਕਿਸੇ ਨਾਲ ਖਾਸ ਲਗਾਵ ਹੁੰਦਾ, ਕੋਈ ਪਿੰਡ ਚੋਂ ਕੋਈ ਆ ਜੇ। ਕਈ ਬੰਦੇ ਇਹੋ ਜਿਹੇ ਹੁੰਦੇ ਆ ਨਾ ਵੀ ਉਹਨਾਂ ਨੂੰ ਆਪਾਂ ਜਵਾਬ ਨਹੀਂ ਦੇ ਸਕਦੇ। ਉਸੇ ਤਰ੍ਹਾਂ ਉਹ ਆਇਆ ਸ਼ਾਹੂਕਾਰ ਰਾਤ ਨੂੰ, ਕਹਿੰਦਾ ਸਦਨਾ ਜੀ, ਮੈਨੂੰ ਤਾਂ 1-2 ਕਿਲੋ ਮਾਸ ਚਾਹੀਦਾ।
ਸਦਨਾ ਜੀ ਕਹਿੰਦੇ ਵੀ ਜਿਹੜਾ ਸੁਬਾ ਬੱਕਰਾ ਮਾਰਿਆ ਸੀ, ਵੱਢਿਆ ਸੀ, ਉਹ ਤਾਂ ਲੱਗ ਗਿਆ, ਸਾਰਾ ਮੁੱਕ ਗਿਆ, ਤੇ ਹੁਣ ਤਾਂ ਕੱਲ ਨੂੰ ਨਵਾਂ ਮਾਰੂਆਂ ਤੇ ਨਵਾਂ ਵੱਢੂਆਂ। ਵੀ ਜੇ ਮੈਂ ਹੁਣ ਬੱਕਰਾ ਮਾਰਦਾ ਤੇਰੇ ਕਿਲੋ 2 ਕਿਲੋ ਵਾਸਤੇ, ਕੱਲ ਨੂੰ ਮਾਸ ਹੋ ਜੂ ਬੇਹਾ, ਸੜ ਜੂ, ਪੁਰਾਣਾ ਹੋ ਜੂ, ਤੇ ਕਿਸੇ ਨੇ ਖਰੀਦਣਾ ਨਹੀਂ, ਮੇਰਾ ਸਾਰਾ ਬੱਕਰਾ ਖਰਾਬ ਜਾਊ। ਸ਼ਾਹੂਕਾਰ ਹੁਣ ਲਿਹਾਜ਼ ਹੈ, ਜਵਾਬ ਵੀ ਨਹੀਂ ਦੇ ਸਕਦਾ, ਜਵਾਬ ਦੇਣਾ ਵੀ ਨਹੀਂ ਚਾਹੁੰਦੇ। ਸਮਝਾਇਆ, ਕਹਿੰਦਾ ਨਹੀਂ ਮੇਰੇ ਤਾਂ ਰਿਸ਼ਤੇਦਾਰ ਆਇਆ, ਸਰਦਾ ਨਹੀਂ, ਹੁਣੇ ਦੇ ਕਿਲੋ 2 ਕਿਲੋ ਮਾਸ ਚਾਹੀਦਾ। ਸਦਨਾ ਜੀ ਕਹਿੰਦੇ ਫਿਰ ਕੋਈ ਨਾ। ਸਦਨੇ ਨੇ ਚੱਕੀਆਂ ਛੁਰੀਆਂ ਤੇ ਬੱਕਰੇ ਦੇ ਕੋਲ ਗਿਆ। ਆਪਾਂ ਦਰਬਾਰ 'ਚ ਬੈਠੇ, ਉਹ ਗੱਲ ਕਹਿੰਦੇ ਸੋਭਾ ਨਹੀਂ ਦਿੰਦੇ, ਤੇ ਬੱਕਰਾ ਵੇਖ ਕੇ ਪਹਿਲਾਂ ਤਾਂ ਰੋਇਆ, ਸਦਨਾ ਜੀ ਦੇ ਹੱਥ 'ਚ ਛੁਰੀਆਂ ਵੇਖ ਕੇ, ਤੇ ਫਿਰ ਉੱਚੀ ਉੱਚੀ ਨਾਚ ਕੂਦ ਕੀਤਾ, ਹੱਸਿਆ, ਤੇ ਬੱਕਰੇ ਦੇ ਕੋਲੋਂ ਆਵਾਜ਼ ਆਈ, ਦ੍ਰਿਸ਼ਟਾਂਤ ਦਿਸਿਆ ਸਦਨਾ ਜੀ ਨੂੰ। ਬੱਕਰਾ ਕਹਿੰਦਾ ਵੀ ਗੱਲ ਠੀਕ ਹੈ, ਕਈ ਜਨਮ ਮੈਂ ਤੈਨੂੰ ਵੱਢਿਆ ਤੇ ਕਈ ਜਨਮ ਤੂੰ ਮੈਨੂੰ ਵੱਢਿਆ, ਪਰ ਅੱਜ ਜਿਹੜੀ ਤੂੰ ਨਵੀਂ ਰੀਤ ਚਲਾਉਣ ਲੱਗਿਆ ਨਾ, ਮੇਰੇ ਗੁਪਤ ਅੰਗ ਵੱਢ ਕੇ ਦੇਣ ਲੱਗਿਆ ਤੂੰ, ਇਹ ਨਵੀਂ ਰੀਤ ਚਲਾਉਣ ਲੱਗਿਆ, ਅੱਜ ਤੇਰਾ ਤੇ ਮੇਰਾ ਲੇਖਾ ਹੋ ਗਿਆ ਸੀ ਖਤਮ, ਹਿਸਾਬ ਕਿਤਾਬ ਹੋ ਗਿਆ ਸੀ ਬਰਾਬਰ, ਪਰ ਨਵੀਂ ਪਿਰਤ ਪਾਉਣ ਲੱਗਿਆ, ਵੇਖ ਲੈ, ਸੋਚ ਲੈ। ਜਦੋਂ ਇਹ ਗੱਲ ਸੁਣੀ, ਸਦਨੇ ਦੇ ਹੱਥ ਵਿੱਚੋਂ ਛੁਰੀਆਂ ਡਿੱਗ ਪਈਆਂ। ਛੁਰੀਆਂ ਡਿੱਗੀਆਂ, ਆ ਕੇ ਸ਼ਾਹੂਕਾਰ ਨੂੰ ਕਹਿੰਦਾ, ਮੈਨੂੰ ਤਾਂ ਹੋ ਗਿਆ ਗਿਆਨ, ਮੈਨੂੰ ਤਾਂ ਹੋ ਗਈ ਸੋਝੀ, ਪਹਿਲਾਂ ਸੀ ਅਗਿਆਨੀ। ਸ਼ਾਹੂਕਾਰਾ ਮੇਰਿਆ ਮਿੱਤਰਾ, ਜਿਵੇਂ ਮਰਜ਼ੀ ਕਰ, ਮੈਂ ਤੈਨੂੰ ਮਾਸ ਨਹੀਂ ਦੇ ਸਕਦਾ, ਜਿੱਥੋਂ ਮਰਜ਼ੀ ਲਿਆ ਤੇ ਭਾਵੇਂ ਨਾ ਲਿਆ, ਮੇਰੇ ਵੱਲੋਂ ਜਵਾਬ ਹੈ, ਅੱਜ ਤੋਂ ਬਾਅਦ ਮੈਂ ਕਦੇ ਕੋਈ ਬੱਕਰਾ ਨਹੀਂ ਵੱਢੂੰਗਾ। ਆਖੋ ਸਤਨਾਮ ਸ੍ਰੀ। ਪਹਿਲਾਂ ਵੀ ਜਦੋਂ ਵੱਢਦਾ ਸੀ ਨਾ, ਵੱਢਦਾ ਤਾਂ ਸੀ, ਪਰ ਦਇਆ ਤਰਸ ਆਉਣ ਲੱਗ ਗਿਆ ਸੀ, ਮਨ ਬਦਲਣ ਲੱਗ ਗਿਆ ਸੀ। ਗੁਰੂ ਘਰ ਆਉਣੇ ਹੋ ਨਾ, ਮਨ 'ਚ ਬਦਲਾਵ ਆਉਣ ਲੱਗ ਜੇ ਤੇ ਸਮਝ ਲਓ ਤਰੱਕੀ ਹੋ ਰਹੀ ਹੈ। ਨਹੀਂ 20 ਸਾਲ ਪਹਿਲਾਂ ਆਉਂਦਾ ਸੀ, ਪਹਿਲਾਂ ਵੀ 20 ਸਾਲ ਇਹਦਾ ਹੀ ਸੀ, ਅੱਜ ਵੀ ਉਵੇਂ ਹੈ। ਪਹਿਲਾਂ ਵੀ ਚੁਗਲੀ ਲੈਂਦਿਆਂ 19 ਕਰਦਾ ਸੀ, ਅੱਜ ਵੀ 19 ਕਰਦਾ, ਫਿਰ ਗੁਰੂ ਘਰ ਆਉਣ ਦਾ ਕੀ ਫਾਇਦਾ। ਆਖੋ ਸਤਨਾਮ ਸ੍ਰੀ। ਪਹਿਲਾਂ ਵੀ ਤੇਰੇ ਕੋਈ ਗੱਲ ਪਚਦੀ ਨਹੀਂ ਸੀ ਤੇ ਅੱਜ ਵੀ ਪਚਦੀ ਨਹੀਂ। ਪਹਿਲਾਂ ਵੀ ਪਾਪ ਕਮਾਉਂਦਾ ਸੀ, ਠੱਗੀਆਂ ਠੋਰੀਆਂ ਬੇਈਮਾਨੀਆਂ ਕਰਦਾ ਸੀ ਤੇ ਅੱਜ ਵੀ ਕਰਦਾ, ਪਰ 20 ਸਾਲ ਗੇੜੇ ਹੀ ਮਾਰੇ ਐ, ਗੁਰੂ ਦਾ ਹੁਕਮ ਬਚਨ ਤਾਂ ਮੰਨਿਆ ਹੀ ਨਹੀਂ, ਤੇ ਫਾਇਦਾ ਹੀ ਕੋਈ ਨਹੀਂ। ਫਿਰ ਗੁਰੂ ਘਰ ਆਉਣ ਦਾ ਤਾਂ ਫਾਇਦਾ ਨਾ, ਗੁਰੂ ਦੇ ਚਰਨਾਂ 'ਚ ਆਉਣ ਦਾ ਵੀ, ਤੇਰਾ ਜੀਵਨ ਬਦਲੇ, ਤੇਰੇ ਜੀਵਨ 'ਚ ਬਦਲਾਵ ਆਵੇ, ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਵੱਸ 'ਚ ਕਰੇ, ਤੇਰੇ ਕੋਲ ਸਿਆਣਪ ਆ ਜੇ, ਗੁਰਸਿੱਖਾਂ ਵਾਲਾ ਜੀਵਨ ਆ ਜੇ, ਤੇਰੇ ਕੋਲ ਚੜ੍ਹਦੀ ਕਲਾ ਆ ਜੇ। ਰੋਜ਼ ਅਰਦਾਸ ਤਾਂ ਆਪਾਂ ਕਰਦੇ ਆਂ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਕੀ ਤੂੰ ਸੱਚੀ ਮੁੱਚੀ ਭਲਾ ਕਰਨ ਲੱਗ ਗਿਆ, ਭਲਾ ਮੰਗਣ ਲੱਗ ਗਿਆ, ਕਿ ਹਜੇ ਵੀ ਪਾਪ ਹੀ ਕਮਾਉਂਦਾ ਫਿਰਦਾ ਵੀ ਉਹੇ ਜਿਹਾ ਹੀ ਪਿਆ। ਤੇ ਸਾਧ ਸੰਗਤ ਜੀ, ਸਦਨਾ ਜੀ ਨੇ ਕਿਹਾ, ਮੈਨੂੰ ਹੋ ਗਿਆ ਗਿਆਨ, ਆ ਬੰਨੇ ਹੱਥ, ਮੈਂ ਤੈਨੂੰ ਮਾਸ ਨਹੀਂ ਦੇ ਸਕਦਾ, ਨਾਲੇ ਅੱਜ ਤੋਂ ਬਾਅਦ ਆ ਬੱਕਰੇ ਵੱਢਣ ਵਾਲਾ ਕੰਮ ਛੱਡਿਆ। ਆਖੋ ਸਤਨਾਮ ਸ੍ਰੀ। ਭਗਤ ਸਦਨਾ ਜੀ ਨੇ ਫਿਰ ਉਹ ਦਿਨ ਮੁੜ ਕੇ ਕਿਸੇ ਜੀਵ ਦੀ ਹੱਤਿਆ ਨਹੀਂ ਕੀਤੀ। ਪਰ ਰੱਬ ਰੱਬ ਕਰਦੇ ਆ, ਰੱਬ ਰੱਬ ਕਰਦੇ ਆ, ਆਪਣਾ ਇਲਾਕਾ ਛੱਡ ਕੇ ਦੂਰ ਦੂਰ ਨਿਕਲ ਗਏ, ਨਾਮ ਜਪਦੇ ਜਾਂਦੇ ਆ, ਸਾਧੂ ਸੰਤਾਂ ਦਾ ਮੇਲ ਹੁੰਦਾ ਜਾਂਦਾ ਹੈ। ਕਹਿੰਦੇ ਇੱਕ ਦਿਨ ਇਹੋ ਜੀ ਜਗ੍ਹਾ ਪਹੁੰਚੇ ਤੇ ਰਾਤ ਪੈ ਗਈ। ਹੁਣ ਧਿਆਨ ਦਿਓ ਮੜਾ ਜਾ, ਸਦਨਾ ਜੀ ਨੂੰ ਰਾਤ ਪੈ ਗਈ, ਸਾਧੂਆਂ ਵਾਲਾ ਬਾਣਾ ਹੈ, ਰੱਬ ਰੱਬ ਕਰਦੇ ਆ, ਬਸ ਬੇਫਿਕਰ ਰੱਬ ਦੀ ਭਗਤੀ 'ਚ ਮਸਤ, ਕੋਈ ਪਰਵਾਹ ਨਹੀਂ ਕਿਸੇ ਚੀਜ਼ ਦੀ। ਇੱਕ ਦਿਨ ਰਾਤ ਪਈ, ਭੁੱਖ ਵੀ ਲੱਗੇ ਆਈ, ਤੇ ਸਾਧ ਸੰਗਤ ਜੀ ਕਿਸੇ ਘਰ ਦਾ ਦਰਵਾਜ਼ਾ ਖੜਕਾਇਆ। ਜਿਹੜੇ ਘਰ ਦਾ ਦਰਵਾਜ਼ਾ ਖੜਕਾਇਆ, ਉਹ ਘਰ 'ਚ 2 ਜੀ ਰਹਿੰਦੇ ਸੀ, ਸਿਰਫ ਪਤੀ ਤੇ ਪਤਨੀ। ਦਰਵਾਜ਼ਾ ਖੜਕਾਇਆ, ਬੂਹਾ ਆ ਕੇ ਖੋਲਿਆ, ਜਿਹੜੀ ਬੀਬੀ ਨੇ ਖੋਲਿਆ ਉਹਦੀ ਉਮਰ 22-23 ਸਾਲ, ਨੌਜਵਾਨ ਬੀਬੀ, ਨੌਜਵਾਨ ਉਮਰ, ਤੇ ਉਹਦਾ ਜਿਹੜਾ ਪਤੀ ਹੈ ਉਹ ਵੀ ਘਰ ਵਿੱਚ ਹੀ ਹੈ। ਜਦੋਂ ਉਹਨੇ ਬੀਬੀ ਨੇ ਦਰਵਾਜ਼ਾ ਖੋਲਿਆ ਤੇ ਕਹਿਣ ਲੱਗਿਆ, ਬੇਟੀ ਸਾਧੂ ਸੰਤਾਂ, ਰਾਤ ਪੈ ਗਈ, ਦੇਰ ਹੋ ਗਈ, ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਣਾ ਹੈ। ਕਹਿੰਦੀ ਆਓ ਬਾਬਾ ਜੀ, ਸਤਕਾਰ ਨਾਲ ਅੰਦਰ ਆ ਜਾਓ। ਅੰਦਰ ਪਲੰਘ ਢਾਤਾ, ਚਾਦਰ ਵਿਛਾਈ, ਠੰਡਾ ਸ਼ੀਤਲ ਜਲ ਛਕਾਇਆ, ਬੜੀ ਸ਼ਰਧਾ ਨਾਲ ਸੇਵਾ ਕੀਤੀ।
ਉਹਦਾ ਪਤੀ ਵੀ ਆ ਕੇ ਕੋਲ ਬਹਿ ਗਿਆ। ਉਹ ਬੀਬੀ ਨੌਜਵਾਨ ਪਰ ਉਹਦਾ ਪਤੀ ਬਜ਼ੁਰਗ ਵੱਡੀ ਉਮਰ ਦਾ, ਆ ਕੇ ਉਹ ਵੀ ਕੋਲ ਬਹਿ ਗਿਆ। ਆ ਕੇ ਜਲ ਪਾਣੀ ਛਕਾਇਆ। ਪੁੱਛਦੀ ਹੈ, ਬਾਬਾ ਜੀ ਕਿੱਥੋਂ ਆਏ ਹੋ, ਕੌਣ ਹੋ ਮਹਾਤਮਾ ਜੀ? ਸਧਨਾ ਜੀ ਨੇ ਸਾਰੀ ਗੱਲਬਾਤ ਦੱਸੀ ਵੀ ਪਹਿਲਾਂ ਮੈਂ ਕਸਾਈ ਸੀ, ਬੱਕਰੇ ਵੱਢਦਾ ਸੀ, ਫਿਰ ਐਂ ਕਰਕੇ ਮੈਨੂੰ ਗਿਆਨ ਹੋਇਆ, ਉਸ ਤੋਂ ਬਾਅਦ ਮੈਂ ਪਿੱਛੇ ਭੌਂਕੇ ਨਹੀਂ ਵੇਖਿਆ, ਹੁਣ ਮੈਂ ਰੱਬ ਦੀ ਬੰਦਗੀ ਤੇ ਭਗਤੀ ਕਰਦਾ। ਬਚਨ ਬਿਲਾਸ ਹੋਏ, ਕੋਈ ਗੱਲ ਨਹੀਂ ਬਾਬਾ ਜੀ ਮਹਾਤਮਾ ਜੀ ਕਹਿ ਕੇ ਪ੍ਰਸ਼ਾਦਾ ਛਕਾਇਆ, ਸੇਵਾ ਕੀਤੀ। ਜਦੋਂ ਵੱਜੇ ਰਾਤ ਦੇ 9-10 ਦਾ ਟਾਈਮ, 11 ਦਾ ਟਾਈਮ ਹੋਇਆ, ਪ੍ਰਸ਼ਾਦਾ ਛਕਾਤਾ, ਦੁੱਧ ਪਾਣੀ ਛਕਾਤਾ ਤੇ ਸਾਧ ਸੰਗਤ ਜੀ ਰਾਤ ਦਾ ਟਾਈਮ ਹੋਇਆ। ਇਹ ਬੀਬੀ ਦੇ ਮਨ ਵਿੱਚ ਬੇਈਮਾਨੀ ਆ ਗਈ। ਭਗਤ ਸਧਨਾ ਜੀ ਕੋਲ ਆ ਕੇ ਬੈਠ ਗਈ ਤੇ ਪੱਖੀ ਚੱਲਣ ਲੱਗ ਪਈ। ਸਧਨਾ ਜੀ ਕਹਿੰਦੇ, ਬੇਟੀ ਹੁਣ ਰਾਤ ਬਹੁਤ ਹੋ ਗਈ ਹੈ, ਤੁਸੀਂ ਜੇ ਪੱਖੀ ਚੱਲਣੀ ਹੈ ਤੇ ਆਪਣੇ ਪਤੀ ਨੂੰ ਜਾ ਕੇ ਚੱਲੋ, ਹੁਣ ਮੈਨੂੰ ਸੌਣ ਦਿਓ, ਮੈਂ ਆਰਾਮ ਕਰਨਾ ਹੈ। ਸਧਨਾ ਜੀ ਭਗਤ ਆਪਣੀ ਭਗਤੀ 'ਚ ਮਸਤ, ਉਹਨਾਂ ਨੂੰ ਕੋਈ ਪਤਾ ਹੀ ਨਾ ਵੀ ਇਹਦੇ ਮਨ 'ਚ ਮੈਲ ਹੈ, ਇਹਦੇ ਮਨ ਵਿੱਚ ਕੀ ਆ ਗਿਆ। ਸਾਧ ਸੰਗਤ ਜੀ 1-2 ਵਾਰ ਕਿਹਾ ਤੇ ਫਿਰ ਬੋਲ ਉੱਠੀ, ਕਹਿਣ ਲੱਗੀ, ਗੱਲ ਸੁਣੋ, ਤੁਹਾਡੀ ਮੈਂ ਸਾਰੀ ਕਹਾਣੀ ਸੁਣੀ ਹੈ। ਮੇਰਾ ਆ ਗਿਆ ਤੇਰੇ ਤੇ ਮਨ, ਮੇਰਾ ਪਤੀ ਹੈ ਬਜ਼ੁਰਗ, ਬਿਮਾਰੀ ਦਾ ਖਾਧਾ, ਤੇ ਕਹਿਣ ਲੱਗੀ ਮੇਰਾ ਆ ਗਿਆ ਤੇਰੇ ਤੇ ਮਨ, ਮੈਂ ਤਾਂ ਤੇਰੇ ਨਾਲ ਹੀ ਰਹਿਣਾ, ਤੇਰੇ ਨਾਲ ਹੀ ਜਾਊਂਗੀ। ਇਹ ਗੱਲ ਕਹੀ। ਸਧਨਾ ਜੀ ਕਹਿਣ ਲੱਗੇ ਵੀ ਦੇਖੋ, ਤੈਨੂੰ ਤੇਰੇ ਮਾਂ ਪਿਓ ਨੇ ਇਹਦੇ ਲਾੜ ਲਾਇਆ, ਨਾਲ ਤੋਰਿਆ, ਤੇਰਾ ਪਤੀ ਹੈ, ਜਾ ਚਲੀ ਜਾ ਮੇਰੇ ਕੋਲੋਂ, ਆਪਣੇ ਪਤੀ ਨੂੰ ਪੱਖੀ ਚੱਲ, ਆਪਣੇ ਪਤੀ ਦੀ ਸੇਵਾ ਕਰ। ਜਦੋਂ ਐਂ ਕਿਹਾ ਨਾ, ਠੋਕਰ ਕੇ ਉੱਠ ਕੇ ਚਲੀ ਗਈ। ਚਲੋ ਭਗਤ ਸਧਨਾ ਜੀ ਸੋਚਦੇ ਠੀਕ ਹੈ ਵੀ ਸਿਆਣੀ ਹੈ, ਚਲੀ ਗਈ। ਪਰ ਹੋਇਆ ਕਿ ਆਪਣੇ ਪਤੀ ਦਾ ਸਿਰ ਵੱਢ ਕੇ ਲੈ ਆਈ, ਗਲ ਵੱਢ ਕੇ ਲੈ ਆਈ। ਆ ਕੇ ਕੋਲ ਖੜੀ, ਕਹਿੰਦੀ ਲੈ ਹੁਣ ਤੂੰ ਡਰਨਾ, ਜਿਹੜੀ ਗੱਲ ਤੋਂ ਤੂੰ ਡਰਦਾ ਸੀ, ਆ ਲੈ ਮੈਂ ਆਪਦਾ ਪਤੀ ਮਾਰਤਾ, ਮੈਨੂੰ ਪਤਾ ਹੈ ਅੱਗੇ ਪਿੱਛੇ ਤੇਰਾ ਵੀ ਕੋਈ ਨਹੀਂ, ਮੇਰਾ ਵੀ ਕੋਈ ਨਹੀਂ, ਜਿੱਥੇ ਜਾਵੇਂਗਾ ਮੈਂ ਤੇਰੇ ਨਾਲ ਚੱਲੂਗੀ, ਤੇਰੇ ਨਾਲ ਸੰਤਨੀ ਬਣ ਕੇ ਰਹਿ ਪੂੰਗੀ। ਇਹ ਕੀ, ਮੇਰਾ ਤਾਂ ਵਿਆਹ ਮੇਰੇ ਮਾਂ ਪਿਓ ਨੇ ਧੱਕੇ ਨਾਲ ਕਰਤਾ, ਮੇਰਾ ਤਾਂ ਇੱਥੇ ਮਨ ਹੈ ਹੀ ਨਹੀਂ ਸੀ ਰਹਿਣ ਦਾ। ਜਦੋਂ ਇਹ ਕੌਤਕ ਵੇਖਿਆ ਸਧਨਾ ਜੀ ਨੇ, ਮਨ ਬੜਾ ਹੈਰਾਨ ਹੋਇਆ। ਸਧਨਾ ਜੀ ਕਹਿਣ ਲੱਗੇ, ਮੰਦ ਕਰਮਾਂ ਵਾਲੀਏ, ਆ ਤੂੰ ਕੀ ਕੀਤਾ? ਅੱਜ ਮੈਨੂੰ ਵੇਖ ਕੇ ਆਪਦੇ ਪਤੀ ਦਾ ਗਲ ਵੱਢਤਾ, ਤੂੰ ਆਪਦੇ ਸਿਰ ਦੇ ਸਾਈਂ ਦੀ ਉਹਦੀ ਨਹੀਂ ਹੋਈ, ਜਿਹੜੇ ਮਾਂ ਪਿਓ ਨੇ ਤੈਨੂੰ ਇਹਦੇ ਲੜ ਲਾਈ, 4 ਲੈਵਾਂ ਲੈ ਕੇ ਮੁੱਕਰ ਗਈ ਤੂੰ, ਤੈਨੂੰ ਡਰ ਨਹੀਂ ਆਇਆ, ਆਪਦੇ ਸਿਰ ਦਾ ਸਾਈਂ ਮਿੰਟ 'ਚ ਮਾਰਤਾ ਤੂੰ। ਕੱਲ ਹੋਰ ਨੂੰ ਵੇਖ ਕੇ ਮੇਰੇ ਨਾਲ ਕਿਹੜਾ ਤੂੰ ਭਲੀ ਕਰੇਂਗੀ? ਤੂੰ ਆਪਦੇ ਸਿਰ ਦੇ ਸਾਈਂ ਪਤੀ ਦੀ ਨਹੀਂ ਹੋਈ, ਮੇਰੀ ਵੀ ਨਹੀਂ ਹੋ ਸਕਦੀ। ਜਦੋਂ ਇਹ ਗੱਲ ਕਹੀ ਨਾ, ਕਹਿੰਦੀ ਹੁਣ ਤੂੰ ਡਰਦਾ ਕਿਉਂ, ਪਤੀ ਮੈਂ ਮਾਰਤਾ। ਭਗਤ ਸਧਨਾ ਜੀ ਕਹਿੰਦੇ, ਬੀਬੀ ਇਹ ਕਰਮ ਚੰਗਾ ਨਹੀਂ। ਸਧਨਾ ਜੀ ਕਹਿਣ ਲੱਗੇ, ਮੰਦ ਭਾਗਾਂ ਵਾਲੀਏ ਨੱਠ ਜਾ ਇੱਥੋਂ, ਤੂੰ ਤਾਂ ਪਾਪਣ ਹੈ, ਤੂੰ ਤਾਂ ਜ਼ਹਿਰ ਦੀ ਗੰਦਲ ਹੈ, ਵਿਸ਼ ਦੀ ਗੰਦਲ ਹੈ। ਸਧਨਾ ਜੀ ਨੇ ਇਹ ਗੱਲ ਕਹੀ, ਕਹਿੰਦੇ ਮੈਂ ਨਹੀਂ ਹੁਣ ਇਸ ਘਰ ਵਿੱਚ ਰਹਿਣਾ, ਮੈਂ ਚੱਲਿਆ। ਉੱਠ ਕੇ ਜਦੋਂ ਜਾਣ ਲੱਗੇ, ਤੁਰਨ ਲੱਗੇ, ਇਸ ਪਾਪਣ ਨੇ ਰੌਲਾ ਪਾਤਾ, ਉੱਚੀ ਉੱਚੀ ਰੌਲਾ ਪਾਤਾ, ਕਹਿਣ ਲੱਗੀ ਹਾਏ ਵੇ ਲੋਕੋ, ਮੈਂ ਲੁੱਟੀ ਗਈ, ਮੈਂ ਪੱਟੀ ਗਈ, ਮੇਰੇ ਘਰ ਵਾਲੇ ਨੂੰ ਇਹਨੇ ਮਾਰਤਾ, ਨਾਲੇ ਤਾਂ ਪ੍ਰਸ਼ਾਦਾ ਪਾਣੀ ਛਕਿਆ ਤੇ ਹੁਣ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ। ਆਖੋ ਸਤਨਾਮ ਸ੍ਰੀ। ਸਧਨਾ ਜੀ ਹੈਰਾਨ ਹੋਏ, ਆਂਢੀ ਗਵਾਂਢੀ ਉੱਠ ਪਏ ਜਦੋਂ ਰੌਲਾ ਪਾਇਆ, ਹਾਏ ਵੇ ਲੋਕੋ, ਮੈਂ ਲੁੱਟੀ ਗਈ, ਪੱਟੀ ਗਈ, ਮੇਰਾ ਘਰ ਵਾਲਾ ਮਾਰਤਾ, ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਲੋਕ ਆ ਗਏ, ਸਧਨਾ ਜੀ ਨੂੰ ਫੜ ਲਿਆ। ਕਿਸੇ ਨੇ ਸਧਨਾ ਜੀ ਦੀ ਸੁਣੀ ਨਹੀਂ, ਕੁੱਟਿਆ ਮਾਰਿਆ, ਬਹੁਤ ਕੁੱਟਿਆ ਮਾਰਿਆ, ਫੜ ਕੇ ਰਾਜੇ ਦੇ ਹਵਾਲੇ ਕਰਤਾ। ਰਾਜੇ ਦੇ ਹਵਾਲੇ ਕੀਤਾ। ਰਾਜੇ ਨੇ ਵੀ ਫਿਰ ਸਧਨਾ ਜੀ ਦੀ ਕੋਈ ਸੁਣੀ ਨਹੀਂ ਤੇ ਸਧਨਾ ਜੀ ਵੀ ਫਿਰ ਬੋਲੇ ਨਹੀਂ, ਸਮਝ ਗਏ। ਤੇ ਫਿਰ ਰਾਜੇ ਨੇ ਕਿਹਾ ਐ ਕਰੋ, ਇਹਨੂੰ ਮਾਰਨਾ ਨਹੀਂ, ਇਹਨੂੰ ਮਾਰਨਾ ਨਹੀਂ, ਇਹਦੀਆਂ ਬਾਹਾਂ ਕੱਟ ਦਿਓ, ਹੱਥ ਵੱਢ ਦਿਓ, ਇਹਦੇ ਬਿਨਾਂ ਹੱਥਾਂ ਤੋਂ ਰਹੂਗਾ।
ਤੇ ਨਾਲੇ ਲੋਕਾਂ ਨੂੰ ਦੱਸੂਗਾ ਤੇ ਪਛਤਾਵਾ ਕਰੂਗਾ ਵੀ ਇਹੋ ਜੀ ਗਲਤੀ ਭਾਈ ਮੁੜ ਕੇ ਕਰਿਓ ਨਾ। ਹਾਲਾਂਕਿ ਸੱਚ ਨਹੀਂ ਗੱਲ। ਲੋਕਾਂ ਨੇ ਦੱਸਿਆ ਰਾਜਾ ਜੀ ਮਹਾਤਮਾ ਬਣ ਕੇ ਆਇਆ, ਸੰਤ ਬਣ ਕੇ ਆਇਆ ਤੇ ਇਹਨੇ ਆਹ ਕੀਤੀ, ਤੇ ਰਾਜੇ ਨੇ ਸਜ਼ਾ ਸੁਣਾਤੀ। ਮਾਰਨਾ ਨਹੀਂ, ਮਾਰਤਾ ਤਾਂ ਕੰਮ ਹੀ ਮੁੱਕ ਜੂ, ਇਹਦੇ ਹੱਥ ਵੱਢ ਦੋ ਤੇ ਸਾਰੀ ਉਮਰ ਜਦੋਂ ਬਿਨਾਂ ਹੱਥਾਂ ਤੋਂ ਰੋਈ ਤੇ ਭੋਗੂਆ। ਜਦ ਕਿ ਇਹ ਪਾਪ ਸਧਨਾ ਜੀ ਨੇ ਕੀਤਾ ਹੀ ਨਹੀਂ। ਬਿਨਾਂ ਗਲਤੀ ਤੋਂ, ਬਿਨਾਂ ਪਾਪ ਤੋਂ ਸਜ਼ਾ, ਕਿੱਡੀ ਵੱਡੀ ਗੱਲ ਹੈ। ਸਧਨਾ ਜੀ ਦੇ ਫਿਰ ਹੱਥ ਵੱਢ ਤੇ ਆਖੋ ਸਤਨਾਮ ਸ੍ਰੀ। ਹੋ ਜਾਂਦਾ ਹੈ ਕਈ ਵਾਰੀ ਬੇਕਸੂਰ ਬੰਦੇ ਨੂੰ ਵੀ ਸਜ਼ਾ ਮਿਲ ਜਾਂਦੀ ਹੈ। ਤੇ ਸਾਧ ਸੰਗਤ ਜੀ, ਤੇ ਸਧਨਾ ਜੀ ਨੇ ਨਾ ਫਿਰ ਕਿਸੇ ਨੂੰ ਉਲਾਂਭਾ ਨਹੀਂ ਦਿੱਤਾ, ਕਿਸੇ ਬੰਦੇ ਨੂੰ ਉਲਾਂਭਾ ਨਹੀਂ ਦਿੱਤਾ। ਇਹ ਨਹੀਂ ਕਿਹਾ ਵੀ ਮੇਰੇ ਨਾਲ ਮਾੜੀ ਕੀਤੀ, ਉਲਾਂਭਾ ਨਹੀਂ ਕਿਸੇ ਨੂੰ ਦਿੱਤਾ। ਤੇ ਉਸ ਬੀਬੀ ਨੂੰ ਵੀ ਕਿਹਾ ਬੀਬੀ ਤੇਰੀ ਕੋਈ ਗਲਤੀ ਨਹੀਂ, ਮੇਰਾ ਕੋਈ ਪਿਛਲਾ ਕਰਮ ਹੈ, ਪਤਾ ਨਹੀਂ ਮੈਂ ਕਿੰਨੇ ਕੁ ਜੀਵਾਂ ਨੂੰ ਵੱਢਿਆ, ਟੁੱਕਿਆ ਤੇ ਮਾਰਿਆ, ਕੱਟਿਆ, ਇਹ ਤਾਂ ਮੇਰਾ ਕਰਮ ਹੀ ਮੇਰੇ ਕੋਈ ਅੱਗੇ ਆ ਗਿਆ। ਬਥੇਰੇ ਜੀਵ ਵੱਢਿਆ ਮੈਂ। ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਹ ਤਾਂ ਕੋਈ ਮੇਰਾ ਕਰਮ ਹੈ ਬੀਬੀ, ਮੇਰਾ ਕਰਮ ਹੀ ਮੇਰੇ ਅੱਗੇ ਆ ਗਿਆ, ਤੇਰਾ ਕੋਈ ਕਸੂਰ ਨਹੀਂ। ਪਰ ਰੱਬ ਅੱਗੇ ਅਰਦਾਸ ਕੀਤੀ ਸਧਨਾ ਜੀ ਨੇ, ਉਲਾਂਭਾ ਰੱਬ ਨੂੰ ਦਿੱਤਾ। ਰੱਬ ਅੱਗੇ ਇਹ ਅਰਦਾਸ ਕੀਤੀ, ਕੀ ਕਿਹਾ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੈਨੂੰ ਤਾਂ ਪਤਾ ਨਾ ਮੈਂ ਬੇਕਸੂਰ ਹਾਂ, ਮੇਰੇ ਬੇਕਸੂਰ ਦੇ ਹੱਥ ਵੱਢੇ ਗਏ ਆ, ਹੁਣ ਨਿਆਂ ਤੂੰ ਕਰਨਾ ਹੈ, ਫੈਸਲਾ ਤੂੰ ਕਰਨਾ ਹੈ, ਉਹ ਵੀ ਜਿਉਂਦੇ ਜੀ, ਮਰਨ ਤੋਂ ਬਾਅਦ ਨਹੀਂ, ਹੁਣੇ ਕਰੀ, ਅੱਜ ਹੀ ਕਰੀ ਫੈਸਲਾ, ਮਰਨ ਤੋਂ ਬਾਅਦ ਨਹੀਂ। ਸਾਧ ਸੰਗਤ ਜੀ, ਕਿਸੇ ਦੇਸ਼ 'ਚ ਨਾ ਕਿਸੇ ਬੰਦੇ ਨੂੰ ਕਿਸੇ ਜੁਰਮ ਦੇ ਵਿੱਚ ਫਾਂਸੀ ਦੀ ਸਜ਼ਾ ਹੋ ਗਈ ਤੇ ਉਹ ਬੰਦੇ ਨੂੰ ਫਾਂਸੀ ਚੜਾਤਾ, ਮਾਰਤਾ। ਤੇ ਬਾਹਰਲੇ ਦੇਸ਼ਾਂ 'ਚ ਪੜ੍ਹੇ ਲਿਖੇ ਲੋਕ ਆ, ਪੜ੍ਹੇ ਲਿਖੇ ਅਫਸਰ, ਇਨਵੈਸਟੀਗੇਸ਼ਨ ਚੱਲਦੀ ਰਹੀ, ਰਿਸਰਚ ਚੱਲਦੀ ਰਹੀ। ਜਦੋਂ ਕਹਿੰਦੇ ਸਾਰਾ ਕੁਝ ਕਰਦੇ ਰਹੇ ਨਾ, 15-20 ਸਾਲਾਂ ਬਾਅਦ ਇਹ ਰਿਕਾਰਡ ਨਿਕਲਿਆ ਵੀ ਜਿਹੜੇ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਉਹ ਬੰਦਾ ਤਾਂ ਬੇਕਸੂਰ ਸੀ। ਜਿਹੜੇ ਬੰਦੇ ਨੂੰ ਸਰਕਾਰ ਨੇ, ਵਕੀਲਾਂ ਜੱਜਾਂ ਨੇ ਫਾਂਸੀ ਦੀ ਸਜ਼ਾ ਸੁਣਾਈ, ਫਾਂਸੀ ਲਟਕਾ ਕੇ ਮਾਰਤਾ, ਉਹ ਬੰਦਾ ਤਾਂ ਬੇਕਸੂਰ ਸੀ ਜਿਹਨੂੰ ਫਾਂਸੀ ਦੇਤੀ। ਉਸ ਤੋਂ ਬਾਅਦ ਕਹਿੰਦੇ ਫਿਰ ਉਸ ਦੇਸ਼ ਤੇ ਕਈ ਦੇਸ਼ਾਂ 'ਚ ਫਾਂਸੀ ਦੀ ਸਜ਼ਾ ਬੰਦ ਹੋ ਗਈ ਸੀ, ਤਾਂ ਹੀ ਉਮਰ ਕੈਦ ਕੀਤੀ ਜਾਂਦੀ ਹੈ। ਹੁਣ ਜਿਹੜਾ ਮਾਰਤਾ, ਤੇ ਕਈ ਵਾਰ ਉਮਰ ਕੈਦਾਂ ਕੱਟ ਕੇ ਵੀ ਕਹਿੰਦੇ ਬਾਅਦ 'ਚ 20-25 ਸਾਲਾਂ ਬਾਅਦ ਰਿਜ਼ਲਟ ਆਉਂਦਾ ਹੈ ਵੀ ਇਹ ਬੰਦਾ ਤਾਂ ਬੇਕਸੂਰ ਸੀ। ਅੱਜ ਵੀ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹਦੇ ਆ, ਤੇ ਉਦੋਂ ਨੂੰ ਮਗਰੋਂ ਸਾਰਾ ਮਾਂ ਪਿਓ ਪਰਿਵਾਰ ਸਾਰੇ ਬਜ਼ੁਰਗ ਹੋ ਕੇ ਗੁਜ਼ਰ ਜਾਂਦੇ, ਤੇ ਉਦੋਂ ਛੱਡੇ ਦਾ ਕੀ ਫਾਇਦਾ। ਹੁਣ 20 ਸਾਲ ਕਿਸੇ ਨੂੰ ਕੈਦ 'ਚ ਰੱਖੀਏ ਤੇ ਜੇਲ੍ਹ 'ਚੋਂ ਕੱਢ ਕੇ ਕਹਿ ਦਈਏ ਵੀ ਇਹਦਾ ਤਾਂ ਕਸੂਰ ਹੀ ਕੋਈ ਨਹੀਂ ਸੀ, ਤੇ ਉਹ 20 ਸਾਲ ਕਿੱਥੋਂ ਆਉਣਗੇ ਜਵਾਨੀ ਦੇ ਵਾਪਸ, ਜਿਹੜੀ ਜਵਾਨੀ ਉਹਨੇ ਜੇਲ੍ਹ 'ਚ ਖਰਾਬ ਹੋਈ ਜਿਹਦੀ ਰੁਲੀ। ਉਸੇ ਤਰ੍ਹਾਂ ਭਗਤ ਸਧਨਾ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਤੈਨੂੰ ਤਾਂ ਪਤਾ ਨਾ ਮੈਂ ਬੇਕਸੂਰ ਐ, ਹੁਣ ਦੁਨੀਆ ਦੇ ਸਾਹਮਣੇ ਪ੍ਰਤੱਖ ਕਰਦੇ, ਜ਼ਾਹਰ ਕਰਦੇ, ਇਹ ਸੱਚ ਪ੍ਰਗਟ ਕਰਦੇ, ਮੈਨੂੰ ਸਾਬਤ ਕਰਦੇ ਵੀ ਮੈਂ ਸੱਚਾ ਐ। ਫਿਰ ਬਿਲਾਵਲ ਰਾਗ ਦੇ ਅੰਦਰ 858 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਦਰਜ ਹੈ, ਬੜੇ ਪਿਆਰ ਨਾਲ ਸੁਣਿਓ। ਬਾਣੀ ਸਦਨੇ ਕੀ ਰਾਗ ਬਿਲਾਵਲ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾ ਰਥੀ ਸੁਆਰਥੀ ਵਾਕੀ ਪੈਜ ਸਵਾਰੀ। ਆ ਬਚਨ ਧਿਆਨ ਨਾਲ ਸੁਣਿਓ। ਭਗਤ ਸਧਨਾ ਜੀ ਕਹਿੰਦੇ, ਹੇ ਰੱਬਾ ਮੈਂ ਸੁਣਿਆ ਤੂੰ ਐਡਾ ਸਮਰੱਥ ਹੈ, ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। ਕਹਿੰਦੇ ਨਾ ਇੱਕ ਵਾਰੀ ਇਤਿਹਾਸ ਆਉਂਦਾ, ਕਹਾਣੀ ਆਉਂਦੀ ਹੈ, ਇੱਕ ਰਾਜੇ ਦੀ ਲੜਕੀ ਕਹਿੰਦੀ ਨਾ ਮੈਂ ਵਿਸ਼ਨੂੰ ਦੇ ਅਵਤਾਰ ਨਾਲ ਹੀ ਵਿਆਹ ਕਰਾਉਣਾ ਹੈ, ਮਰਜ਼ੀ ਨਾਲ, ਮੈਂ ਵਿਸ਼ਨੂੰ ਦੇ ਅਵਤਾਰ ਨਾਲ ਹੀ ਵਿਆਹ ਕਰਾਉਣਾ ਹੈ। ਕਹਿੰਦੇ ਇੱਕ ਲੜਕਾ ਨਾ ਕਾਮਾ ਰਥੀ, ਕਹਿੰਦੇ ਸੋਚਿਆ ਉਹਨੇ ਝੂਠਾ ਮੂਠਾ ਵੀ ਚਲੋ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਰਾਜੇ ਦੀ ਲੜਕੀ ਨਾਲ ਵਿਆਹ ਕਰਵਾ ਲਿਆ। ਧਿਆਨ ਇੱਧਰ ਰੱਖੋ ਸਾਧ ਸੰਗਤ ਜੀ, ਰਾਜੇ ਦੀ ਲੜਕੀ ਨਾਲ ਝੂਠਾ ਮੂਠਾ ਵਿਸ਼ਨੂੰ ਦਾ ਅਵਤਾਰ ਬਣ ਕੇ ਉਹਨੇ ਵਿਆਹ ਕਰਾ ਲਿਆ। ਸਮਾਂ ਬੀਤਿਆ, ਕਹਿੰਦੇ ਜੰਗਲ 'ਚ ਲੱਗੀ ਅੱਗ ਬਹੁਤ ਭਿਆਨਕ, ਤੇ ਕਿਸੇ ਨੇ ਰਾਜੇ ਨੂੰ ਕਿਹਾ ਵੀ ਤੇਰਾ ਜਿਹੜਾ ਜਵਾਈ ਹੈ ਵਿਸ਼ਨੂੰ ਦਾ ਅਵਤਾਰ ਹੈ, ਤੇ ਉਹਨੂੰ ਕਹਿ ਦੇ ਵੀ
ਅੱਗ ਲੱਗੀ, ਅੱਗ ਬੁਝ ਨਹੀਂ ਰਹੀ, ਵੀ ਮੀਂਹ ਪਵਾ ਦੇ, ਵਿਸ਼ਨੂੰ ਦਾ ਅਵਤਾਰ ਹੀ ਹੈ। ਉਹਨੇ ਲੜਕੀ ਨੂੰ ਕਿਹਾ ਤੇ ਲੜਕੀ ਨੇ ਆਪਣੇ ਪਤੀ ਨੂੰ ਕਿਹਾ, ਸਵਾਮੀ ਤੂੰ ਤਾਂ ਵਿਸ਼ਨੂੰ ਦਾ ਅਵਤਾਰ ਹੈ, ਮੀਂਹ ਪਵਾ ਦੇ, ਫਿਰ ਅੱਗ ਲੱਗੀ ਹੈ ਬੰਦ ਕਰਵਾ ਦੇ। ਤੇ ਸਾਧ ਸੰਗਤ ਜੀ ਸ਼ਰਮ ਦਾ ਮਾਰਿਆ ਨਾ, ਫਿਰ ਹੁਣ ਵਿਸ਼ਨੂੰ ਦਾ ਅਵਤਾਰ ਹੋਵੇ ਤਾਂ ਮੀਂਹ ਪਵਾਵੇ, ਸ਼ਰਮ ਦਾ ਮਾਰਿਆ ਗਲ 'ਚ ਫਾਹਾ ਲੈ ਕੇ ਮਰਨ ਲੱਗਿਆ। ਜਦੋਂ ਫਾਹਾ ਲੈਣ ਲੱਗਿਆ, ਰੱਸੀ ਤੇ ਲਮਕਣ ਲੱਗਿਆ ਨਾ, ਤੇ ਕਹਿੰਦੇ ਵਿਸ਼ਨੂੰ ਭਗਵਾਨ ਆਪ ਪ੍ਰਗਟ ਹੋ ਗਿਆ। ਪ੍ਰਗਟ ਹੋ ਕੇ ਕਹਿਣ ਲੱਗਿਆ, ਤੇਰੇ ਤੇ ਤਾਂ ਲਾਹਣਤ ਹੈ ਵੀ ਤੂੰ ਮੇਰੇ ਨਾਮ ਦਾ ਢੋਂਗ ਤੇ ਭੇਖ ਕੀਤਾ, ਪਰ ਜੇ ਅੱਜ ਮੀਂਹ ਨਾ ਪਿਆ ਤੇ ਤੂੰ ਲਮਕ ਕੇ ਮਰ ਗਿਆ ਤੇ ਮੇਰੇ ਨਾਮ ਨੂੰ ਲਾਜ ਲੱਗੂ। ਆਖੋ ਸਤਨਾਮ ਸ੍ਰੀ। ਧਿਆਨ ਨਾਲ ਸੁਣਿਓ। ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾ ਰੱਖੀ ਸੁਆਰਤੀ ਬਾਕੀ ਪੈਜ ਸਵਾਰੀ। ਸਦਨਾ ਜੀ ਕਹਿੰਦੇ ਉਸ ਵਕਤ ਤੂੰ ਉਸ ਦੀ ਲਾਜ ਰੱਖੀ, ਆਪਣੇ ਨਾਮ ਦੀ ਲਾਜ ਰੱਖੀ, ਪੜਦਾ ਕੱਜਿਆ ਤੇ ਮੀਂਹ ਪਵਾਇਆ। ਦੂਜੀ ਉਦਾਹਰਣ ਦਿੱਤੀ, ਕਹਿੰਦੇ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਵੀ ਤੇਰੀ ਭਗਤੀ ਬੰਦਗੀ ਕਰਨ ਦਾ ਫਾਇਦਾ ਕੀ ਜੇ ਸਾਡੇ ਮਾੜੇ ਕਰਮਾਂ ਦਾ ਨਾਸ਼ ਹੀ ਨਹੀਂ ਹੋਣਾ। ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗਰਾਸੈ। ਕਹਿੰਦੇ ਸ਼ੇਰ ਦੀ ਸ਼ਰਨ 'ਚ ਜਾਣ ਦਾ ਕੀ ਫਾਇਦਾ ਜੇ ਗਿੱਦੜਾਂ ਤੋਂ ਡਰ ਲੱਗੀ ਜਾਵੇ, ਗਿੱਦੜੀ ਧਮਕੀਆਂ ਦੇਈ ਜਾਣ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਓਟ ਲੈਣ ਦਾ ਕੀ ਫਾਇਦਾ, ਸ਼ੇਰ ਦੀ ਸ਼ਰਨ 'ਚ ਜਾਣ ਦਾ ਕੀ ਫਾਇਦਾ, ਵੀ ਜੇ ਗਿੱਦੜਾਂ ਤੋਂ ਹੀ ਡਰੀ ਜਾਣਾ ਹੈ, ਗਿੱਦੜਾਂ ਦਾ ਡਰ ਸਤਾਵੇ, ਗਿੱਦੜ ਹਮਲਾ ਕਰਨ। ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗਰਾਸੈ, ਏਕ ਬੂੰਦ ਜਲ ਕਾਰਨੇ ਚਾਤਰਿਕ ਦੁਖ ਪਾਵੈ। ਕਹਿੰਦੇ ਬਬੀਹਾ ਨਾ, ਕਹਿੰਦੇ ਪ੍ਰਯੋ ਕਰਦਾ ਰਿਹਾ ਇੱਕ ਬੂੰਦ ਵਾਸਤੇ, ਤੇ ਕਿਸੇ ਨੇ ਇੱਕ ਬੂੰਦ ਨਹੀਂ ਦਿੱਤੀ, ਸਵੰਤੀ ਬੂੰਦ ਨਹੀਂ ਮਿਲੀ, ਮੀਂਹ ਨਹੀਂ ਪਿਆ, ਮੀਂਹ ਵਾਸਤੇ ਤਰਲੇ ਕਰਦਾ ਰਿਹਾ। ਕਹਿੰਦੇ ਜਦੋਂ ਮਰ ਗਿਆ ਤੇ ਉਦੋਂ ਭਾਵੇਂ ਸਮੁੰਦਰ 'ਚ ਪਾਣੀ 'ਚ ਸਿੱਟ ਦਿਓ, ਕੀ ਫਾਇਦਾ, ਮਰੇ ਨੂੰ ਸਿੱਟਣ ਦਾ ਕੀ ਫਾਇਦਾ, ਮਰੇ ਤੇ ਪਾਣੀ ਪਾਉਣ ਦਾ ਕੀ ਫਾਇਦਾ। ਜਦੋਂ ਜਿਉਂਦਾ ਤਾਂ ਇੱਕ ਬੂੰਦ ਪਾਣੀ ਨੂੰ ਤਰਸ ਗਿਆ। ਕਹਿੰਦੇ ਏਕ ਬੂੰਦ ਜਲ ਕਾਰਨੇ ਚਾਤਰਿਕ ਦੁਖ ਪਾਵੈ। ਚਾਤਰਿਕ ਦਾ ਭਾਵ ਬੰਬੀਹਾ, ਪਪੀਹਾ ਵੀ ਕਹਿ ਦਿੰਦੇ ਆਪਾਂ। ਸਾਧ ਸੰਗਤ ਜੀ ਕਹਿੰਦੇ ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਵੈ। ਤੇ ਜਦੋਂ ਮਰ ਗਿਆ ਤੇ ਮਰੇ ਨੂੰ ਪਾਣੀ 'ਚ, ਸਾਗਰ 'ਚ, ਸਮੁੰਦਰ 'ਚ ਸੁੱਟਣ ਦਾ ਕੀ ਫਾਇਦਾ, ਜਿਉਂਦੇ ਨੂੰ ਇੱਕ ਬੂੰਦ ਨਹੀਂ ਮਿਲੀ। ਅਗਲੀ ਉਦਾਹਰਣ ਸਦਨਾ ਜੀ ਕਹਿੰਦੇ ਹੇ ਅਕਾਲ ਪੁਰਖ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਬੂੜ ਮੂਏ ਨੌਕਾ ਮਿਲੈ ਕਹੋ ਕਾਹੇ ਚੜਾਵੋ। ਕਹਿੰਦੇ ਕੋਈ ਬੰਦਾ ਸੀ, ਜਦੋਂ ਡੁੱਬਣ ਲੱਗਿਆ ਤੇ ਉਦੋਂ ਤਾਂ ਕਿਸ਼ਤੀ ਮਿਲੀ ਨਹੀਂ, ਨੌਕਾ ਮਿਲੀ ਨਹੀਂ, ਨਾਵ ਮਿਲੀ ਨਹੀਂ। ਜਦੋਂ ਡੁੱਬ ਗਿਆ ਤੇ ਉਦੋਂ ਕਿਸ਼ਤੀ 'ਚ ਚੜਾਉਣ ਦਾ ਕੀ ਫਾਇਦਾ, ਜਦੋਂ ਡੁੱਬਦੇ ਨੂੰ ਕਿਸੇ ਨੇ ਸਹਾਰਾ ਨਹੀਂ ਦਿੱਤਾ, ਡੁੱਬਦੇ ਨੂੰ ਆ ਕੇ ਕਿਸ਼ਤੀ ਨੇ ਸਾਂਭਿਆ ਨਹੀਂ, ਤੇ ਮਰੇ ਨੂੰ ਫਿਰ ਕਿਸ਼ਤੀ 'ਚ ਪਾਉਣ ਦਾ ਕੀ ਫਾਇਦਾ। ਸਵਾਦ ਤਾਂ ਸੀ ਵੀ ਡੁੱਬ ਰਿਹਾ ਸੀ ਤੇ ਨਾਲ ਦੀ ਨਾਲ ਕਿਸ਼ਤੀ ਪਹੁੰਚ ਗਈ, ਨੌਕਾ ਮਿਲ ਗਈ ਤੇ ਬਚਾ ਲਿਆ ਡੁੱਬਣ ਤੋਂ। ਜਦੋਂ ਡੁੱਬ ਹੀ ਗਿਆ, ਮਾਰੀ ਗਿਆ, ਫਿਰ ਕਿਸ਼ਤੀ ਦਾ ਕੀ ਫਾਇਦਾ। ਕਹਿੰਦੇ ਬੂੜ ਮੁਏ ਨੌਕਾ ਮਿਲੈ ਕਹੋ ਕਾਹੇ ਚੜਾਵੋ। ਫਿਰ ਅੱਗੇ ਸਦਨਾ ਜੀ ਕਹਿੰਦੇ ਐ ਮੈਂ ਨਾਹੀ ਕਿਛ ਹੋ ਨਹੀਂ, ਕਿਛ ਆਹੇ ਨਾ ਮੂਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੂਰਾ। ਹੁਣ ਮੈਂ ਤਾਂ ਤੇਰੇ ਹੀ ਐ, ਲੱਜਾ ਰੱਖਣੀ ਐ ਤੇ ਰੱਖ ਲੈ, ਤੇ ਨਹੀਂ ਤੇਰੀ ਮਰਜ਼ੀ। ਆਖੋ ਸਤਨਾਮ ਸ਼੍ਰੀ। ਹੁਣ ਤਾਂ ਤੇਰੇ ਐ। ਤੇ ਫਿਰ ਕਹਿੰਦੇ ਰੱਬ ਦੀ ਕਿਰਪਾ ਹੋਈ, ਰਾਜੇ ਨੂੰ ਫਿਰ ਸੁਪਨੇ ਦੇ ਵਿੱਚ ਸਾਰਾ ਕੁਝ ਦਿਖਾਈ ਦਿੱਤਾ, ਸਾਰਾ ਦ੍ਰਿਸ਼ਟਾਂਤ ਦਿਖਾਈ ਦਿੱਤਾ, ਸਾਰਾ ਕੁਝ ਹੀ ਦਿਖ ਗਿਆ ਉਹਨੇ। ਤੇ ਫਿਰ ਉਸ ਬੀਬੀ ਤੋਂ ਵੀ ਰਿਹਾ ਨਹੀਂ ਗਿਆ। ਗਵਾਂਢਣ ਨੂੰ ਜਾ ਕੇ ਕਹਿੰਦੀ ਦੱਸਤਾ, ਕਹਿੰਦੀ ਵੀ ਐਂ ਗੱਲ ਹੋਈ ਸੀ, ਤੇ ਜਦੋਂ ਮੇਰੇ ਆਖੇ ਨਾ ਲੱਗਿਆ ਨਾ ਤੇ ਫਿਰ ਮੈਂ ਐਂ ਕੀਤੀ, ਮੈਂ ਐਂ ਰੌਲਾ ਪਾਤਾ। ਤੇ ਸਾਧ ਸੰਗਤ ਜੀ ਉਹ ਬੀਬੀ ਨੇ ਫਿਰ ਸਾਰੇ ਆਲੇ ਦੁਆਰੇ ਦੱਸਿਆ ਕਿ ਭਾਈ ਉਹ ਤਾਂ ਬੰਦਾ ਬੇਕਸੂਰ ਸੀ, ਇਹਨੇ ਆਪਦਾ ਪਤੀ ਆਪ ਹੀ ਮਾਰਿਆ। ਫਿਰ ਇਹ ਗੱਲ ਰਾਜੇ ਤੱਕ ਪਹੁੰਚ ਗਈ। ਫਿਰ ਉਸ ਪਾਪਨ ਨੂੰ ਰਾਜੇ ਨੇ ਫਿਰ ਕਹਿੰਦੇ ਦਹੀਂ ਛਿੜਕ ਕੇ ਕੁੱਤਿਆਂ ਤੋਂ ਨਚਵਾਇਆ, ਕੁੱਤਿਆਂ ਨੇ ਉਹਨੂੰ ਨੋਚ ਕੇ ਪਾੜ ਕੇ ਮਾਰਤਾ। ਤੇ ਸਾਧ ਸੰਗਤ ਜੀ ਫਿਰ ਜਿੰਨੀ ਉਮਰ ਬਾਕੀ ਹੱਥ ਨਹੀਂ ਸੀ, ਸਦਨਾ ਜੀ ਨੇ ਸਾਰੀ ਉਮਰ ਰੱਬ ਦੀ ਭਗਤੀ ਤੇ ਬੰਦਗੀ ਕੀਤੀ। ਰੱਬ ਨੇ ਜਿਉਂਦੇ ਜੀ ਉਸ ਸੱਚ ਨੂੰ ਪ੍ਰਗਟ ਕੀਤਾ। ਬਾਅਦ ਚ ਸੱਚ ਦਾ ਕੀ ਫਾਇਦਾ, ਸੱਚ ਤਾਂ ਬੋਲਣ ਦਾ ਫਾਇਦਾ ਹੈ ਜੇ ਕਿਸੇ ਦਾ ਭਲਾ ਹੋਵੇ, ਮੌਕੇ ਤੇ ਹੋਵੇ। ਸਾਧ ਸੰਗਤ ਜੀ ਝੂਠ ਫੈਲਦਾ ਬਹੁਤ ਛੇਤੀ ਹੈ, ਪਰ ਮੰਜ਼ਲ ਕੂੜ ਨਿਖੁੱਟੇ ਨਾਨਕਾ
ਓੜਕ ਸੱਚ ਰਹੀ। ਅਖੀਰ ਨੂੰ ਫੈਸਲਾ ਸੱਚ ਦਾ ਹੁੰਦਾ ਹੈ। ਝੂਠ ਕੇਰਾ ਭੱਜ ਤਾਂ ਲੈਂਦਾ ਪੂਰੀ ਸਪੀਡ ਨਾਲ, ਫੈਲ ਜਾਂਦਾ ਝੂਠ ਛੇਤੀ, ਪਰ ਹੌਲੀ 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 ਸੱਚ ਸਾਹਮਣੇ ਆ ਜਾਂਦਾ ਹੈ। ਝੂਠ ਕੇਰਾ ਪੈਰ ਪਸਾਰ ਜਾਂਦਾ ਹੈ, ਬਦਨਾਮ ਕਰ ਜਾਂਦਾ ਹੈ, ਪਰ ਇੱਕ ਦਿਨ ਸੱਚ ਸਾਹਮਣੇ ਆ ਕੇ ਰਹਿੰਦਾ ਹੈ। ਜੇ ਕੋਈ ਬੇਕਸੂਰ ਹੈ ਤਾਂ ਵੀ, ਕਸੂਰਵਾਰ ਹੈ ਤਾਂ ਵੀ। ਤੇ ਭਾਰਤ ਦੇਸ਼ 'ਚ, ਇਹ ਸੰਸਾਰ 'ਚ ਹੋ ਐਂ ਰਿਹਾ ਹੈ, ਪਹਿਲਾਂ ਵੀ ਇਹੀ ਹੁੰਦਾ ਰਿਹਾ। ਬੇਕਸੂਰ ਮਾਰੇ ਗਏ ਤੇ ਕਸੂਰਵਾਰ ਆਜ਼ਾਦ ਘੁੰਮੇ। ਸੋ ਰਹੋ ਵਿਚਾਰ। ਅੱਜ ਦੀ ਇੰਨੀ ਕੁ ਹਾਜ਼ਰੀ ਬੇਨਤੀ ਪ੍ਰਵਾਨ ਕਰਿਓ। ਰੱਬ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਪਾਤਸ਼ਾਹ ਆਪਣੇ ਚਰਨਾਂ 'ਚ ਜੋੜੀ ਰੱਖੋ।